संत मरकुस दी अंजील अध्याय 3। सबत दे दिन सुक्के होए हथ वाले नूं चंगा करना। ਉਹ ਫਿਰ सिनागोग विच दाखल होया। उत्थे एक आदमी सी जिस दा एक हथ सुक्का होया सी। लोकां ने यीशु ते नज़र रखी होई सी ਇਹ ਵੇਖਣ ਲਈ कि सबत दे दिन ਉਹ ਉਸ ਨੂੰ ਚੰਗਾ ਕਰਦਾ ਹੈ ਜਾਂ ਨਹੀਂ, ਤਾਂ ਜੋ ਉਹ ਉਸ ਉੱਤੇ ਦੋਸ਼ ਲਾ ਸਕਣ। ਉਸਨੇ ਸੁੱਕੇ ਹੋਏ ਹੱਥ ਵਾਲੇ ਆਦਮੀ ਨੂੰ ਕਿਹਾ, ਉਰਾਂ ਆ। ਫਿਰ ਉਸਨੇ ਲੋਕਾਂ ਨੂੰ ਕਿਹਾ, ਸਬਤ ਦੇ ਦਿਨ ਭਲਾਈ ਕਰਨਾ ਜਾਇਜ਼ ਹੈ ਜਾਂ ਹਾਨੀ ਕਰਨਾ, ਜਾਨ ਬਚਾਉਣਾ ਜਾਂ ਜਾਨ ਗੁਆਉਣਾ। ਪਰ ਉਹ ਸਾਰੇ ਚੁੱਪ ਰਹੇ। ਉਹਨਾਂ ਦੇ ਦਿਲਾਂ ਦੀ ਕਠੋਰਤਾ ਕਾਰਨ ਦੁਖੀ ਹੋ ਕੇ ਯੀਸ਼ੂ ਨੇ ਗੁੱਸੇ ਨਾਲ ਉਹਨਾਂ ਵੱਲ ਵੇਖਿਆ ਅਤੇ ਉਸ ਆਦਮੀ ਨੂੰ ਕਿਹਾ, ਆਪਣਾ ਹੱਥ ਅੱਗੇ ਵਧਾ। ਉਸਨੇ ਹੱਥ ਅੱਗੇ ਵਧਾਇਆ ਅਤੇ ਉਸ ਦਾ ਹੱਥ ਚੰਗਾ ਹੋ ਗਿਆ। ਫਰੀਸੀ ਬਾਹਰ ਚਲੇ ਗਏ ਅਤੇ ਤੁਰੰਤ ਹੈਰੋਦੀਆ ਨਾਲ ਮਿਲ ਕੇ ਉਸ ਦੇ ਖਿਲਾਫ ਸਾਜ਼ਿਸ਼ ਕਰਨ ਲੱਗੇ ਕਿ ਕਿਸ ਤਰ੍ਹਾਂ ਉਸ ਨੂੰ ਨਾਸ਼ ਕੀਤਾ ਜਾਵੇ। ਸਮੁੰਦਰ ਕੰਢੇ ਇਕੱਠੀ ਹੋਈ ਭੀੜ ਨੂੰ ਸਿੱਖਿਆ। ਯੀਸ਼ੂ ਆਪਣੇ ਚੇਲਿਆਂ ਦੇ ਨਾਲ ਸਮੁੰਦਰ ਵੱਲ ਚਲਾ ਗਿਆ ਅਤੇ ਗਲੀਲ ਤੋਂ ਇੱਕ ਵੱਡੀ ਭੀੜ ਉਸ ਦੇ ਪਿੱਛੇ ਚੱਲ ਪਈ। ਯਹੂਦੀਆ, ਯਰੂਸ਼ਲਮ, ਇਦੂਮੀਆ, ਯਰਦਨ ਦੇ ਉਸ ਪਾਰੋਂ ਅਤੇ ਤੀਰੂਸ ਅਤੇ ਸਿਦੋਨ ਦੇ ਆਲੇ ਦੁਆਲੇ ਤੋਂ ਵੀ ਇੱਕ ਵੱਡੀ ਭੀੜ ਉਹ ਸਭ ਜੋ ਉਸਨੇ ਕੀਤਾ ਸੀ ਸੁਣ ਕੇ ਉਸਦੇ ਕੋਲ ਆਈ। ਭੀੜ ਦੇ ਕਰਕੇ ਉਸਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਉਸਦੇ ਲਈ ਇੱਕ ਕਿਸ਼ਤੀ ਤਿਆਰ ਰੱਖਣ, ਕਿਤੇ ਲੋਕ ਉਸ ਨੂੰ ਮਿੱਧ ਨਾ ਦੇਣ, ਕਿਉਂਕਿ ਉਸਨੇ ਬਹੁਤ ਸਾਰਿਆਂ ਨੂੰ ਚੰਗਾ ਕੀਤਾ ਸੀ ਅਤੇ ਇਸ ਲਈ ਉਹ ਸਾਰੇ ਜਿਹੜੇ ਬਿਮਾਰ ਸਨ ਉਸ ਨੂੰ ਛੂਹਣ ਲਈ ਉਸ ਉੱਤੇ ਡਿੱਗ ਪੈਂਦੇ ਸਨ। ਅਸ਼ੁੱਧ ਆਤਮਾਵਾਂ ਜਦੋਂ ਵੀ ਉਸ ਨੂੰ ਦੇਖਦੀਆਂ ਸਨ ਤਾਂ ਉਸ ਦੇ ਸਾਹਮਣੇ ਡਿੱਗ ਪੈਂਦੀਆਂ ਸਨ ਅਤੇ ਪੁਕਾਰਦੀਆਂ ਸਨ, ਤੁਸੀਂ ਖੁਦਾ ਦੇ ਪੁੱਤਰ ਹੋ। ਪਰ ਉਸਨੇ ਉਹਨਾਂ ਨੂੰ ਸਖਤੀ ਨਾਲ ਹੁਕਮ ਦਿੱਤਾ ਕਿ ਉਹ ਉਸ ਨੂੰ ਪ੍ਰਗਟ ਨਾ ਕਰਨ। ਯੀਸ਼ੂ 12 ਨੂੰ ਰਸੂਲ ਨਿਯੁਕਤ ਕਰਦਾ ਹੈ। ਯੀਸ਼ੂ ਪਹਾੜ ਉੱਤੇ ਚੜ੍ਹ ਗਿਆ ਅਤੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਜਿਨ੍ਹਾਂ ਨੂੰ ਉਹਨੇ ਚਾਹਿਆ ਅਤੇ ਉਹ ਉਸ ਦੇ ਕੋਲ ਆਏ। ਉਸਨੇ 12 ਨੂੰ ਥਾਪਿਆ ਜਿਨ੍ਹਾਂ ਨੂੰ ਉਸਨੇ ਰਸੂਲ ਦਾ ਨਾਂ ਦਿੱਤਾ ਕਿ ਉਹ ਉਸ ਦੇ ਨਾਲ ਰਹਿਣ ਅਤੇ ਵਚਨ ਦਾ ਪ੍ਰਚਾਰ ਕਰਨ ਲਈ ਘੱਲੇ ਜਾਣ ਅਤੇ ਉਹ ਭੂਤਾਂ ਨੂੰ ਕੱਢਣ ਦਾ ਅਧਿਕਾਰ ਵੀ ਰੱਖਣ। ਸ਼ਮਾਉਨ, ਜਿਸ ਦਾ ਨਵਾਂ ਨਾਂ ਉਸਨੇ ਪਤਰਸ ਰੱਖਿਆ, ਜਬਦੀ ਦਾ ਪੁੱਤਰ ਯਾਕੂਬ ਅਤੇ ਯਾਕੂਬ ਦਾ ਭਰਾ ਯਹੂਨਾ, ਜਿਨ੍ਹਾਂ ਦਾ ਉਪਨਾਮ ਉਸਨੇ ਬੋਆਨੇਰਗੇਸ ਰੱਖਿਆ, ਅਰਥਾਤ ਗਰਜ ਦੇ ਪੁੱਤਰ, ਅੰਦਰਿਆਸ, ਫਿਲਿਪ, ਬਰਥੋਲੋਮੀ, ਮੱਤੀ, ਥੋਮਾ, ਹਲਫਈ ਦਾ ਪੁੱਤਰ ਯਾਕੂਬ, ਥਦੇਉਸ, ਸ਼ਮਾਉਨ ਕਨਾਨੀ ਅਤੇ ਯਹੂਦਾ ਇਸਕਰਿਯੂਤੀ, ਜਿਸ ਨੇ ਯੀਸ਼ੂ ਦਾ ਵਿਸ਼ਵਾਸਘਾਤ ਕੀਤਾ। ਯੀਸ਼ੂ ਅਤੇ ਬੇਲਜ਼ਬੂਲ। ਫਿਰ ਉਹ ਘਰ ਵਿੱਚ ਆਇਆ ਅਤੇ ਭੀੜ ਫਿਰ ਉੱਥੇ ਇਕੱਠੀ ਹੋ ਗਈ, ਇਸ ਕਰਕੇ ਉਹ ਭੋਜਨ ਵੀ ਨਹੀਂ ਕਰ ਸਕੇ ਹਨ। ਜਦੋਂ ਉਸ ਦੇ ਘਰ ਵਾਲਿਆਂ ਨੇ ਇਸ ਬਾਰੇ ਸੁਣਿਆ ਤਾਂ ਉਹ ਉਸ ਨੂੰ ਵਰਜਣ ਲਈ ਬਾਹਰ ਨਿਕਲੇ, ਕਿਉਂਕਿ ਲੋਕ ਕਹਿੰਦੇ ਸਨ, ਉਸ ਦਾ ਦਿਮਾਗ ਟਿਕਾਣੇ ਨਹੀਂ ਹੈ। ਧਰਮ ਗ੍ਰੰਥੀਆਂ ਨੇ ਜੋ ਯਰੂਸ਼ਲਮ ਤੋਂ ਆਏ ਸਨ ਕਿਹਾ, ਉਸ ਉੱਤੇ ਬੇਲਜ਼ਬੂਲ ਸਵਾਰ ਹੈ
ਅਤੇ ਭੂਤਾਂ ਦੇ ਸਰਦਾਰ ਦੇ ਰਾਹੀਂ ਉਹ ਭੂਤ ਕੱਢਦਾ ਹੈ। ਉਸਨੇ ਉਹਨਾਂ ਨੂੰ ਆਪਣੇ ਕੋਲ ਸੱਦਿਆ ਅਤੇ ਤਮਸੀਲਾਂ ਰਾਹੀਂ ਉਹਨਾਂ ਨੂੰ ਕਿਹਾ, ਸ਼ੈਤਾਨ ਕਿਸ ਤਰ੍ਹਾਂ ਸ਼ੈਤਾਨ ਨੂੰ ਕੱਢ ਸਕਦਾ ਹੈ? ਜੇਕਰ ਕਿਸੇ ਰਾਜ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਕਾਇਮ ਨਹੀਂ ਰਹਿ ਸਕਦਾ। ਜੇਕਰ ਕਿਸੇ ਘਰ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਕਾਇਮ ਨਹੀਂ ਰਹਿ ਸਕਦਾ। ਜੇਕਰ ਸ਼ੈਤਾਨ ਆਪਣੇ ਹੀ ਵਿਰੁੱਧ ਬਗਾਵਤ ਕਰਦਾ ਹੈ ਅਤੇ ਵੰਡਿਆ ਜਾਂਦਾ ਹੈ ਤਾਂ ਉਹ ਕਾਇਮ ਨਹੀਂ ਰਹਿ ਸਕਦਾ, ਸਗੋਂ ਉਸ ਦਾ ਅੰਤ ਆ ਗਿਆ ਹੈ। ਪਰ ਕੋਈ ਵੀ ਕਿਸੇ ਤਾਕਤਵਰ ਆਦਮੀ ਦੇ ਘਰ ਵਿੱਚ ਵੜ ਨਹੀਂ ਸਕਦਾ ਅਤੇ ਉਸ ਦਾ ਮਾਲ ਲੁੱਟ ਨਹੀਂ ਸਕਦਾ ਜਦੋਂ ਤੱਕ ਉਹ ਪਹਿਲਾਂ ਉਸ ਤਾਕਤਵਰ ਆਦਮੀ ਨੂੰ ਬੰਨ੍ਹ ਨਾ ਲਵੇ। ਫਿਰ ਜ਼ਰੂਰ ਉਸ ਦਾ ਘਰ ਲੁੱਟਿਆ ਜਾ ਸਕਦਾ ਹੈ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਮਨੁੱਖਾਂ ਦੇ ਸਾਰੇ ਪਾਪ ਮਾਫ ਕੀਤੇ ਜਾਣਗੇ ਅਤੇ ਜੋ ਵੀ ਕੁਫਰ ਉਹ ਬੋਲਦੇ ਹਨ। ਪਰ ਜੋ ਕੋਈ ਰੂਪਾਕ ਦੇ ਵਿਰੁੱਧ ਕੁਫਰ ਬੋਲਦਾ ਹੈ ਉਸ ਨੂੰ ਕਦੀ ਵੀ ਮਾਫੀ ਨਹੀਂ ਮਿਲੇਗੀ, ਸਗੋਂ ਉਹ ਅਨੰਤ ਪਾਪ ਦਾ ਕਸੂਰਵਾਰ ਹੈ, ਕਿਉਂਕਿ ਉਹਨਾਂ ਨੇ ਕਿਹਾ ਸੀ ਉਸ ਵਿੱਚ ਬਦਰੂ ਹੈ। ਯੀਸ਼ੂ ਦੇ ਅਸਲੀ ਤੇ ਸੱਚੇ ਰਿਸ਼ਤੇਦਾਰ। ਫਿਰ ਉਸ ਦੀ ਮਾਂ ਅਤੇ ਉਸ ਦੇ ਭੈਣ ਭਰਾ ਆਏ। ਉਹਨਾਂ ਨੇ ਬਾਹਰ ਖੜੇ ਹੋ ਕੇ ਉਸ ਨੂੰ ਬੁਲਾਉਣ ਲਈ ਸੰਦੇਸ਼ ਭੇਜਿਆ। ਭੀੜ ਉਸ ਦੇ ਆਲੇ ਦੁਆਲੇ ਬੈਠੀ ਹੋਈ ਸੀ। ਲੋਕਾਂ ਨੇ ਯੀਸ਼ੂ ਨੂੰ ਕਿਹਾ, ਤੁਹਾਡੀ ਮਾਂ ਅਤੇ ਤੁਹਾਡੀ ਭੈਣ ਭਰਾ ਬਾਹਰ ਹਨ ਅਤੇ ਉਹ ਤੁਹਾਨੂੰ ਸੱਦ ਰਹੇ ਹਨ। ਯੀਸ਼ੂ ਨੇ ਉੱਤਰ ਦਿੱਤਾ, ਕੌਣ ਹੈ ਮੇਰੀ ਮਾਂ ਅਤੇ ਕੌਣ ਹਨ ਮੇਰੇ ਭਰਾ? ਫਿਰ ਉਸਨੇ ਆਪਣੇ ਚਾਰ ਚੁਫੇਰੇ ਬੈਠੇ ਲੋਕਾਂ ਵੱਲ ਵੇਖ ਕੇ ਕਿਹਾ, ਇਹ ਹਨ ਮੇਰੀ ਮਾਂ ਅਤੇ ਮੇਰੇ ਭਰਾ। ਜੋ ਕੋਈ ਖੁਦਾ ਦੀ ਇੱਛਾ ਪੂਰੀ ਕਰਦਾ ਹੈ ਉਹੀ ਹੈ ਮੇਰਾ ਭਰਾ, ਮੇਰੀ ਭੈਣ ਅਤੇ ਮੇਰੀ ਮਾਂ।